सार्वजनिक क्षेत्र की साधारण बीमा कंपनियों के कर्मचारियों ने आज भोजनावकाश के दौरान यूनाइटेड इंडिया इंश्योरेंस कंपनी के बाहर रोष प्रदर्शन किया। यह प्रदर्शन साधारण बीमा कंपनियों की यूनियनों के ज्वाइंट फ्रंट के आह्वान पर देश भर में किया गया। प्रदर्शनकारी केंद्र सरकार द्वारा सार्वजनिक क्षेत्र की साधारण बीमा कंपनियों के निजीकरण के प्रस्ताव का विरोध कर रहे थे। इस अवसर पर अनिल चोपड़ा, नरेश कुमार, राजेश गुप्ता, राजीव वैद, अजय मल्होत्रा, सुनील कुमार, ओम प्रकाश, मदन लाल, संजय, प्रदीप, मोनिका, रजनी गुप्ता, राज शर्मा, नीलम, मीरा, साहिल, पीयूष त्रेहन सहित अन्य सभी सदस्य मौजूद थे। पंजाब दैनिक न्यूज़ के लिए अनिल कुमार के साथ मुनीश तोखी की विशेष रिपोर्ट। ਅੱਜ ਦਾ ਜਿਹੜਾ ਪ੍ਰੋਟੈਸਟ ਹੈ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਆਫਿਸ ਦੇ ਅੱਗੇ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਚਾਰੋਂ ਕੰਪਨੀਆਂ ਦੇ ਜਿਹੜੇ EMPLOYEE ਹੈ ਕਲਾਸ 1 to 4 ਇਹਦੇ ਵਿੱਚ ਸ਼ਾਮਲ ਹੈ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹਦੇ ਸਾਡੇ ਮੁੱਖ ਮੁੱਦੇ ਹੈ ਪ੍ਰਾਈਵੇਟਾਈਜੇਸ਼ਨ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਮੂਵ ਚਲਾਈ ਹੈ ਜਿਹਦੇ ਵਿੱਚ ਉਹ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਪ੍ਰਾਈਵੇਟ ਕਰਦੀ ਪਈ ਹੈ। ਇਹਦੇ ਨਾਲ ਹੀ ਉਹ ਦੋ ਪਬਲਿਕ ਸੈਕਟਰ ਦੇ ਬੈਂਕਸ ਔਰ LIC ਦੇ ਵਿੱਚ IPO ਲਿਆ ਰਹੇ ਆ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡਾ ਜੁਆਇੰਟ ਫਰੰਟ ਹੈ JFTU ਸ਼ਾਰਟ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ, ਅਸੀਂ ਸਾਰੇ ਕਲਾਸ 1 to 4 EMPLOYEES ਜਿਹੜੇ ਆ ਇਹ ਸਾਰੇ ਇਹਨਾਂ ਦਾ ਵਿਰੋਧ ਕਰਦੇ ਆ ਪ੍ਰਾਈਵੇਟਾਈਜੇਸ਼ਨ ਦਾ। ਔਰ ਤੁਸੀਂ ਜਦੋਂ 1938 ਵਿੱਚ ਇਹ ਜਿਹੜੀ ਕੰਪਨੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਹੈ ਇਹ ਫਲੋਟ ਹੋਈ ਸੀ, ਉਦੋਂ ਪ੍ਰਾਈਵੇਟ ਸੈਕਟਰ 'ਚ ਸੀ। ਦੈਨ ਇਹ ਕੰਪਨੀ ਜਦੋਂ ਸਰਕਾਰ ਨੇ 107 ਕੰਪਨੀਆਂ ਜਿਹੜੀਆਂ ਪ੍ਰਾਈਵੇਟ ਹੈ ਉਹਨੂੰ ਇਕੱਠਾ ਕਰਕੇ 4 ਕੰਪਨੀਆਂ ਇਹ ਬਣਾਈਆਂ, ਉਹਦੇ ਵਿੱਚੋਂ ਯੂਨਾਈਟਿਡ ਇੰਡੀਆ ਇੱਕ ਸੀ ਔਰ ਇਹਨਾਂ ਦੇ ਉੱਤੇ GIC ਜਿਹੜੀ ਹੈ ਹੋਲਡਿੰਗ ਕੰਪਨੀ ਸੀ ਉਹ ਸੀ। ਔਰ ਜਿਹੜਾ ਸਾਡਾ ਇਹਦਾ ਮੇਨ ਪਰਪਸ ਸੀ ਇਹਨੂੰ ਨੈਸ਼ਨਲਾਈਜੇਸ਼ਨ ਦਾ, ਉਹ ਸੀ ਜਿਹੜੀ ਹੈ ਇਹਦਾ ਸੋਸ਼ਲ ਆਬਜੈਕਟਿਵ ਅਚੀਵ ਕਰਨਾ। ਔਰ ਉਹ ਬਹੁਤ ਜਿਹੜੇ ਹੈ ਪੂਅਰ ਹੈ, ਡਾਊਨ ਟ੍ਰੋਡਨ ਹੈ, ਉਹਨਾਂ ਨੂੰ ਜਿਹੜੀਆਂ ਇਹ ਕੰਪਨੀਆਂ ਇਹ ਸਰਵਿਸ ਦੇ ਰਹੀਆਂ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੇ ਤਮਿਲਨਾਡੂ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਪੂਅਰ ਪੀਪਲ ਵਾਸਤੇ ਕਈ ਜਿਹੜੀਆਂ ਇੰਸ਼ੋਰੈਂਸ ਸਕੀਮਸ ਚਲਾਈਆਂ ਔਰ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਗਰੀਬਾਂ ਵਾਸਤੇ, ਡਾਊਨ ਟ੍ਰੋਡਨ ਵਾਸਤੇ, ਆਮ ਪਬਲਿਕ ਲਈ ਬਹੁਤ ਜਿਹੜੀ ਹੈ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਜਦੋਂ ਇਹ ਕੰਪਨੀ ਸਟਾਰਟ ਹੋਈ ਸਾਰੀ 1950 ਕਰੋੜ ਰੁਪਏ ਦੇ ਨਾਲ ਇਹ ਕੰਪਨੀ ਸਟਾਰਟ ਹੋਈ ਸੀ 1971 ਵਿੱਚ। ਅੱਜ ਇਹ ਕੰਪਨੀ ਜਿਹੜੀ ਹੈ ਲਾਸਟ ਈਅਰ ਜਿਹੜਾ 2021 ਦਾ ਇਹਦਾ ਪ੍ਰੀਮੀਅਮ ਸੀ ਉਹ 17,000 ਕਰੋੜ ਰੁਪਏ ਦਾ ਪ੍ਰੀਮੀਅਮ ਇਹਨੇ ਕੀਤਾ ਔਰ ਕੰਪਨੀ ਟਾਈਮ ਟੂ ਟਾਈਮ ਸਰਕਾਰਾਂ ਨੂੰ ਡਿਵੀਡੈਂਡ ਦੇ ਰਹੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੋਰ ਇੱਕ ਮੁੱਦਾ ਸਾਡਾ ਉਹ ਹੈ ਵੇਜ ਰਿਵੀਜ਼ਨ ਦਾ। ਸਾਡਾ ਜਿਹੜਾ ਵੇਜ ਰਿਵੀਜ਼ਨ ਹੈ 1/8/2017 ਤੋਂ ਪੈਂਡਿੰਗ ਹੈ, 4 ਸਾਲ ਹੋ ਗਏ ਹੈ। ਔਰ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ LIC ਨੂੰ ਆਲਰੇਡੀ ਵੇਜ ਰਿਵੀਜ਼ਨ ਮਿਲ ਚੁੱਕਾ, ਬੈਂਕਸ ਨੂੰ ਦੀ ਜਿਹੜੀ ਹੈ ਸੈਟਲਮੈਂਟ ਹੋ ਚੁੱਕੀ ਹੈ ਅਤੇ ਜਿਹੜਾ ਸਾਡਾ ਵੇਜ ਰਿਵੀਜ਼ਨ ਪੈਂਡਿੰਗ ਹੈ। ਇਸ ਤੋਂ ਇਲਾਵਾ ਜਿਹੜਾ ਵੇਜ ਰਿਵੀਜ਼ਨ ਦੀ ਗੱਲ ਹੈ ਉਹ ਜਿਹੜੇ ਐਕਸਪੈਂਸਿਸ ਮੀਟ ਅਪ ਕਰਨੇ ਆ ਉਹ ਇੰਸ਼ੋਰੈਂਸ ਕੰਪਨੀ ਕੋਲ ਸਫੀਸ਼ੀਐਂਟ ਸਾਡੇ ਕੋਲ ਫੰਡਸ ਹੈਗੇ ਆ, ਅਸੀਂ ਜਿਹੜੇ ਆ ਆਪਣੀ ਪ੍ਰੋਵੀਜ਼ਨ ਦੇ ਵਿੱਚੋਂ ਹੀ ਸਾਰੇ ਐਕਸਪੈਂਸਿਸ ਮੀਟ ਕਰਨੇ ਆ। ਔਰ ਜੇ ਦੁਬਾਰਾ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰੀਏ ਤਾਂ 2018 ਦੇ ਵਿੱਚ ਦੀ ਦੈਨ ਫਾਈਨਾਂਸ ਮਿਨਿਸਟਰ ਸ਼੍ਰੀ ਅਰੁਣ ਜੇਤਲੀ ਜੀ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਇਹ ਜਿਹੜੀਆਂ ਕੰਪਨੀਆਂ ਇਹਦਾ ਮਰਜਰ ਕੀਤਾ ਜਾਏਗਾ, 3 ਕੰਪਨੀਆਂ ਦੀ ਇੱਕ ਕੰਪਨੀ ਬਣਾਈ ਜਾਏਗੀ। ਬਟ ਗੌਰਮੈਂਟ ਨੇ ਹੁਣ ਰੀਸੈਂਟਲੀ ਇਹ ਜਿਹੜੀ ਮੂਵ ਤੋਂ ਯੂ ਟਰਨ ਲੈ ਕੇ ਇਹਨੂੰ ਪ੍ਰਾਈਵੇਟਾਈਜੇਸ਼ਨ ਵਿੱਚ ਲਿਜਾ ਰਹੀ ਹੈ, ਜਿਹਦਾ ਅਸੀਂ ਸਾਰੇ ਜਿਹੜਾ JFTU ਆ ਸਾਰੀਆਂ ਇੰਸ਼ੋਰੈਂਸ ਐਸੋਸੀਏਸ਼ਨਸ ਜਿਹੜੀਆਂ ਅਸੀਂ ਇਹਦਾ ਵਿਰੋਧ ਕਰਦੇ ਹਾਂ। ਆਮ ਪਬਲਿਕ ਨੂੰ ਇਹਦਾ ਸਭ ਤੋਂ ਵੱਡਾ ਲਾਸ ਇਹ ਹੋਣਾ ਕਿ ਜਿੱਦਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਆ 1971 ਤੋਂ ਪਹਿਲੇ 107 ਕੰਪਨੀਆਂ ਸੀ, ਉਦੋਂ ਲੂਟ ਖਸੂਟ ਮੱਚੀ ਸੀ ਔਰ ਇਹੀ ਜਿਹੜੀਆਂ ਇਰਰੈਗੂਲੈਰਿਟੀਜ਼ ਨੇ ਇਹ ਦੁਬਾਰਾ ਰੀਅਕਰ ਹੋ ਜਾਣਗੀਆਂ। ਹੁਣ ਇਹ ਕੁਐਸਚਨ ਹੈ ਕਿ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ। ਜਸਟ ਲਾਈਕ ਜਦੋਂ BJP ਗਵਰਨਮੈਂਟ ਆਈ ਹੈ ਇਹਨਾਂ ਨੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਚਲਾਈ ਹੈ, ਹੋਰ ਹੈਲਥ ਦੀਆਂ ਸਕੀਮਸ ਚਲਾਈਆਂ।
ਇਹ ਸਾਰਾ ਕੁਝ ਹੀ ਗਵਰਨਮੈਂਟ ਕੰਪਨੀਆਂ ਔਰ ਗਵਰਨਮੈਂਟ ਚਾਹੇ ਬੈਂਕਸ ਹੋਣ ਪ੍ਰਾਈਵੇਟ ਦੇ ਵਿੱਚ ਲੋਕਾਂ ਵਾਸਤੇ ਜਾਂ ਅਸੀਂ ਗਵਰਨਮੈਂਟ ਸੈਕਟਰ ਕੰਪਨੀਆਂ ਹੈ, ਇਹ ਸਾਨੂੰ ਹੀ ਬੇਅਰ ਕਰਨਾ ਪੈਂਦਾ। ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਵੀ ਅੱਗੇ ਨਹੀਂ ਆਂਦਾ। ਫਸਲ ਬੀਮਾ ਯੋਜਨਾ ਹੋਈ ਪਿੱਛੇ ਜੇ ਫਸਲ ਬੀਮਾ ਯੋਜਨਾ ਦੇ ਵਿੱਚ ਇਹਨਾਂ ਨੇ 2-3 ਪ੍ਰਾਈਵੇਟ ਸੈਕਟਰ ਕੰਪਨੀਆਂ ਲਿੱਤੀਆਂ, ਲੇਕਿਨ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਔਰ ਜਿਸ ਦਾ ਕਿ ਅਲਟੀਮੇਟ ਨੁਕਸਾਨ ਤੇ ਆਮ ਪਬਲਿਕ ਨੂੰ ਹੀ ਹੈ, ਕਿਉਂਕਿ ਇਹ ਸਾਰਾ ਟੈਕਸ ਮਨੀ ਹੈ ਜੋ ਵੀ ਹੈ। ਜਿੰਨਾ ਵੀ ਸੋਸ਼ਲ ਸੈਕਟਰ ਹੈ, ਪਿੱਛੇ ਸੁਨਾਮੀਆਂ ਆਈਆਂ, ਇਤਨੇ ਜ਼ਿਆਦਾ ਤੂਫਾਨ ਆਉਂਦਾ ਜਾਂ ਕੋਈ ਕੁਝ ਵੀ ਹੁੰਦਾ, ਸਾਨੂੰ ਈਵਨ ਕਈ ਵਾਰੀ ਗਵਰਨਮੈਂਟ ਤੋਂ ਇਹ ਵੀ ਇਨਸਟਰਕਸ਼ਨ ਹੋ ਜਾਂਦੀ ਹੈ ਕਿ ਵੈਦਰ ਔਰ ਤੁਹਾਨੂੰ ਕੋਈ ਡਾਕੂਮੈਂਟ ਮਿਲਦਾ ਹੈ, ਕੋਈ ਕੁਝ ਹੈ ਜਾਂ ਨਹੀਂ ਹੈ, ਇਫ ਦਾ ਕਸਟਮਰ ਇਜ਼ ਕਲੇਮਿੰਗ ਇਟ ਯੂ ਗੋ ਹੈਡ ਐਂਡ ਪੇ ਇਟ ਐਜ਼ ਇਨ ਕੇਸ ਆਫ ਕੈਲੇਮਿਟੀ। ਸੋ ਇਸ ਕਰਕੇ ਅਸੀਂ ਇਹ ਦਰਖਾਸਤ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਨੂੰ, ਫਾਈਨਾਂਸ ਮਿਨਿਸਟਰੀ ਨੂੰ, ਕਿ ਇੱਕ ਵਾਰੀ ਫੇਰ ਆਪਣੇ ਇਸ ਕੀਤੇ ਹੋਏ ਫੈਸਲੇ ਤੇ ਸੋਚਣ, ਜਿਹੜੀ ਉਹਨਾਂ ਨੇ ਯੂ ਟਰਨ ਲਈ ਹੈ, ਕਿ ਇਹ ਸਾਰਾ ਜੋ ਵੀ ਅਲਟੀਮੇਟ ਨੁਕਸਾਨ ਹੈ ਉਹ ਆਮ ਪਬਲਿਕ ਨੂੰ ਹੀ ਹੋਣ ਜਾ ਰਿਹਾ ਹੈ, ਨਾ ਕਿ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ, ਉਹਨਾਂ ਨੇ ਤਾਂ ਵੇਚ ਕੇ ਚਲੇ ਜਾਣਾ ਹੈ। ਔਰ ਉਸ ਦੇ ਨਾਲ EMPLOYEES ਵੀ ਸਫਰ ਕਰ ਰਹੇ ਨੇ। ਸਾਡੇ ਵੇਜ ਰਿਵੀਜ਼ਨ ਪੈਂਡਿੰਗ ਹੈ ਜੋ ਨਹੀਂ ਦਿੱਤਾ ਜਾ ਰਿਹਾ, ਔਰ ਪਬਲਿਕ ਟੈਕਸ ਮਨੀ ਜਿਹੜੀ ਹੈ ਉਸ ਨੂੰ ਬਚਾਉਣਾ ਜਾਣਾ ਚਾਹੀਦਾ। ਜਿਹੜਾ ਅਸੀਂ ਇੱਕ ਇੱਥੇ ਸਾਰੀਆਂ ਕੰਪਨੀਆਂ ਨੇ ਇਕੱਠੇ ਹੋ ਕੇ ਰੋਸ਼ ਮੁਜ਼ਾਹਰਾ ਕੀਤਾ ਵਾ, ਇਹ ਮੇਰੇ ਪ੍ਰਧਾਨ ਨਰੇਸ਼ ਜੀ ਨੇ ਔਰ ਵੈਦ ਜੀ ਨੇ ਸਾਰਾ ਤੁਹਾਨੂੰ ਸੰਖੇਪ 'ਚ ਦੱਸ ਹੀ ਦਿੱਤਾ ਵਾ। ਮੈਂ ਫਿਰ ਇਸ ਚੀਜ਼ ਦਾ ਵਿਰੋਧ ਕਰਦਾ ਵਾ, ਪ੍ਰਾਈਵੇਟ ਨਹੀਂ ਹੋਣੀਆਂ ਚਾਹੀਦੀਆਂ, ਤਥਾ ਜਿਹੜੀਆਂ ਵੀ ਪਬਲਿਕ ਨੂੰ ਨੁਕਸਾਨ ਹੋ, ਪਬਲਿਕ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣਾ ਚਾਹੀਦਾ। ਅੱਜ ਅਸੀਂ ਇਸ ਦੇ ਖਿਲਾਫ ਰੋਸ਼ ਮੁਜ਼ਾਹਰਾ ਕੀਤਾ ਵਾ ਔਰ ਮੈਂ ਸਭ ਦਾ, ਆਪਣੇ ਮੀਡੀਆ ਵਾਲੇ ਭਰਾਵਾਂ ਦਾ ਔਰ ਸਾਰੇ ਜਿੰਨੇ ਵੀ ਸਾਡੇ ਸਾਥੀ ਆਏ ਨੇ, ਮੈਂ ਇੱਥੇ ਆਉਣ 'ਤੇ ਧੰਨਵਾਦ ਕਰਾਂਗਾ ਔਰ ਵੈਲਕਮ ਕਰਦਾ।